प्यारे दोस्तों, सत श्री अकाल कबूल करियो। वाहिगुरू जी का खालसा, श्री वाहिगुरू जी की फतेह। ਅੱਜ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਸੰਵਿਧਾਨ ਦਾ ਦੂਸਰਾ ਭਾਗ ਲੈ ਕੇ ਹਾਜ਼ਰ ਹੋਏ ਹਾਂ। ਮੈਂ ਇੱਕ ਨਿਮਾਣੀ ਜੀ ਕੋਸ਼ਿਸ਼ ਕਰ ਰਿਹਾ ਕਿ ਇਸ ਸੰਵਿਧਾਨ ਨੂੰ ਪੜ੍ਹ ਕੇ ਤੁਹਾਨੂੰ ਜਾਣੂ ਕਰਵਾਇਆ ਜਾਵੇ ਕਿ ਸਾਡੇ ਮੁੱਢਲੇ ਸਿਧਾਂਤ ਕੀ ਨੇ। ਅਤੇ ਇਸ ਸੰਵਿਧਾਨ ਨੂੰ ਲਿਖਣ ਦੀ ਲੋੜ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਕਿਉਂ ਲੋੜ ਪਈ ਅਤੇ ਸੰਵਿਧਾਨ ਦਾ ਸਾਡੀ ਜ਼ਿੰਦਗੀ ਵਿੱਚ ਕੀ ਦੇਣ ਹੈ। ਸੋ ਇਹਨਾਂ ਸਾਰੇ ਤੱਥਾਂ ਤੋਂ ਮੈਂ ਤੁਹਾਨੂੰ ਜਾਣੂ ਕਰਵਾਇਆ ਕਰੂੰਗਾ। ਅਤੇ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵਰਗ ਦੇ ਕੋਲ, ਹਰ ਇੱਕ ਵਿਅਕਤੀਗਤ ਕੋਲ ਇਹ ਵੀਡੀਓ ਪਹੁੰਚੇ ਅਤੇ ਉਹ ਸੰਵਿਧਾਨ ਨੂੰ ਜੇ ਪੜ੍ਹ ਨਹੀਂ ਸਕਦਾ ਤਾਂ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਵਿਚਾਰੇ। ਇਹ ਸੰਵਿਧਾਨ ਦੇ ਵਿੱਚ ਬੜੀ ਸੁੰਦਰਤਾ ਨਾਲ ਹਰ ਇੱਕ ਚੀਜ਼ ਦਾ ਵਰਣਨ ਕੀਤਾ ਗਿਆ। ਸੋ ਆਓ ਅਸੀਂ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਦੋ ਸ਼ਬਦ ਵਿੱਚ ਕੀ ਲਿਖਿਆ ਵੇਦਾਂ ਤੇ ਪੋਥੀਆਂ ਵਿੱਚ ਵਰ ਕੇ ਸਾਰੇ ਦੇ ਸਾਰੇ ਫਰੋਲ ਦਿੱਤੇ, ਅੰਨੀ ਸ਼ਰਧਾ ਅੰਧ ਵਿਸ਼ਵਾਸ ਸਾਰੇ ਬਾਬਾ ਸਾਹਿਬ ਨੇ ਮਿੱਟੀ ਵਿੱਚ ਰੋਲ ਦਿੱਤੇ। ਪੱਖਪਾਤ ਦਾ ਨਾ ਕੋਈ ਲਿਹਾਜ਼ ਕੀਤਾ, ਸੱਚੋ ਸੱਚ ਦੀ ਤੱਕੜੀ ਵਿੱਚ ਤੋਲ ਦਿੱਤੇ, ਸਾਡੀ ਸੋਚ ਨੂੰ ਕਰ ਆਜ਼ਾਦ ਦਿੱਤਾ, ਬੂਹੇ ਬੰਦ ਦਿਮਾਗਾਂ ਦੇ ਖੋਲ੍ਹ ਦਿੱਤੇ। ਭਾਈਚਾਰਾ ਆਜ਼ਾਦੀ ਨਿਆਂ ਵਰਗੇ ਸ਼ਬਦ ਨਵੇਂ ਤੋਂ ਨਵੇਂ ਅਨਮੋਲ ਦਿੱਤੇ, ਮੁਰਦਾ ਲੋਕਾਂ ਵਿੱਚ ਪਾ ਗਿਆ ਜ਼ਿੰਦਗੀ, ਉਹ ਸਹਿਜਲ ਬੰਦ ਜਵਾਨਾਂ ਨੂੰ ਬੋਲ ਦਿੱਤੇ। ਇਹ ਇੱਕ ਕਵਿਤਾ ਸੀ ਜੋ ਤੁਹਾਨੂੰ ਇਸ ਵਿੱਚ ਦੱਸਿਆ ਗਿਆ ਕਿ ਅਸੀਂ ਅੱਜ ਤੱਕ ਵੇਦਾਂ ਪੋਥੀਆਂ ਪੁਰਾਣਾਂ ਵਿੱਚ ਬਹੁਤ ਪੜ੍ਹਿਆ, ਸਾਰੇ ਗ੍ਰੰਥਾਂ ਨੂੰ ਫੋਲਿਆ, ਪਰ ਉਹਦੇ ਵਿੱਚ ਸਾਨੂੰ ਇੱਕ ਸ਼ਰਧਾ ਅੰਧ ਵਿਸ਼ਵਾਸ ਹੀ ਮਿਲਿਆ ਅਤੇ ਉਹਨਾਂ ਸਭ ਨੂੰ ਇੱਕ ਸਾਈਡ ਰੱਖ ਕੇ ਬਾਬਾ ਸਾਹਿਬ ਨੇ ਗ੍ਰੰਥ ਤਿਆਰ ਕੀਤਾ। ਸੋ ਅਸੀਂ ਅੱਜ ਇਸ ਨੂੰ ਸਟਾਰਟ ਕਰਦੇ ਹਾਂ। ਭਾਰਤ ਦੀ ਰਾਜਧਾਨੀ ਦਿੱਲੀ, ਜੰਤਰ ਮੰਤਰ ਨੇੜੇ, ਪਾਰਲੀਮੈਂਟ ਸਟਰੀਟ, ਦਿਨ ਦਿਹਾੜੇ 9 ਅਗਸਤ 2018 ਨੂੰ ਦੇਸ਼ ਦੇ ਸਰਵਉੱਚ ਗ੍ਰੰਥ ਸੰਵਿਧਾਨ ਨੂੰ, ਜਿਸ ਤਹਿਤ ਦੇਸ਼ ਪਿਛਲੇ 68 ਵਰ੍ਹਿਆਂ ਤੋਂ ਚੱਲ ਰਿਹਾ ਹੈ, ਸਾੜਨ ਦਾ ਦੇਸ਼ ਧਰੋ ਵਰਗਾ ਕਾਰਾ ਬਹੁਤ ਹੀ ਘਾਤਕ ਮਾਨਸਿਕਤਾ ਵਾਲੇ ਲੋਕਾਂ ਨੇ ਕੀਤਾ। ਇਸ ਗੰਭੀਰ ਅਪਰਾਧ ਉੱਤੇ ਸਰਕਾਰ, ਅਦਾਲਤਾਂ ਤੇ ਮੀਡੀਆ ਚੁੱਪ ਰਹੇ। ਹਾਲਾਂਕਿ ਭਾਰਤੀ ਨਾਗਰਿਕਤਾ ਐਕਟ 1955 ਅਨੁਸਾਰ ਅਜਿਹੇ ਦੋਸ਼ੀਆਂ ਦੀ ਨਾਗਰਿਕਤਾ ਰੱਦ ਕਰਨ ਦਾ ਵਿਧਾਨ ਹੈ। ਦੇਸ਼ ਦੇ ਬਹੁਜਨ ਸਮਾਜ ਨੇ ਇਸ ਨੂੰ ਅਤਿਗਤ ਗੰਭੀਰਤਾ ਨਾਲ ਲਿਆ ਹੈ। ਜਿਸ ਸੰਵਿਧਾਨ ਨੂੰ ਸਮੇਂ-ਸਮੇਂ ਸਾਰੇ ਨੇਤਾਵਾਂ ਨੇ, ਵਿਦਵਾਨਾਂ ਨੇ ਅਤੇ ਵੱਧ ਤੋਂ ਵੱਧ ਸਲਾਹਿਆ ਹੈ, ਬਾਬਾ ਸਾਹਿਬ ਜੀ ਦੀ ਬੇਸ਼ੁਮਾਰ ਘਾਲਣਾ ਨੂੰ ਸਿਰ ਮੱਥੇ ਕਬੂਲਿਆ ਹੈ। ਦੁਨੀਆ ਦੇ ਹਰ ਮਹਾਨ ਆਗੂਆਂ ਅਤੇ ਕਈ ਦੇਸ਼ਾਂ ਨੇ ਜਿਸ ਤੋਂ ਸੇਧਾਂ ਲਈਆਂ ਹਨ, ਉਹਨਾਂ ਸੰਵਿਧਾਨ ਅੱਜ ਇੰਨਾ ਮਾੜਾ ਕਿਉਂ ਹੋ ਗਿਆ? ਇਸ ਦਾ ਉੱਤਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਪਹਿਲਾਂ ਹੀ ਦੇ ਦਿੱਤਾ ਸੀ। ਸੰਵਿਧਾਨ ਚਾਹੇ ਕਿੰਨਾ ਵੀ ਚੰਗਾ ਹੋਵੇ, ਜੇ ਇਸ ਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਨਹੀਂ ਹਨ ਤਾਂ ਸੰਵਿਧਾਨ ਨਿਸ਼ਚਿਤ ਹੀ ਬੁਰਾ ਸਾਬਤ ਹੋਵੇਗਾ। ਇਸ ਦੇ ਉਲਟ ਸੰਵਿਧਾਨ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਜੇਕਰ ਇਸ ਨੂੰ ਲਾਗੂ ਕਰਨ ਵਾਲੇ ਲੋਕ ਸੱਚੇ ਤੇ ਸਾਫ਼ ਨੀਤੀ ਵਾਲੇ ਹਨ, ਉਹਨਾਂ ਲੋਕਾਂ ਲਈ ਇਹ ਸੰਵਿਧਾਨ ਚੰਗਾ ਸਾਬਤ ਹੋਵੇਗਾ। ਜੇ ਸੰਵਿਧਾਨ ਨੂੰ ਸਹੀ ਨੀਅਤ ਨਾਲ, ਇਸ ਦੀ ਸਹੀ ਭਾਵਨਾ ਅਨੁਸਾਰ ਅਮਲ ਵਿੱਚ ਲਿਆਂਦਾ ਗਿਆ ਹੁੰਦਾ ਤਾਂ ਅੱਜ ਭਾਰਤ ਸਭ ਦੇਸ਼ਾਂ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਮੋਹਰੀ ਹੁੰਦਾ। ਪਰ ਇੱਥੇ ਤਾਂ ਮੁੜ ਤੋਂ ਮਨੂ ਸਿਮਰਤੀ ਨੂੰ ਲਾਗੂ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਕੀ ਭਾਰਤ ਦੇ ਲੋਕ ਇਹ ਬਰਦਾਸ਼ਤ ਕਰ ਲੈਣਗੇ? ਉਹ ਅੱਜ ਦੇ ਦੌਰ ਵਿੱਚ ਹੀ ਰਹਿ ਰਹੇ ਹਨ। ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨ ਜਾਂ ਭਾਰਤ ਦਾ ਸੰਵਿਧਾਨ, ਇਹ ਵਿਸ਼ਾ ਬਹੁਤ ਹੀ ਵਿਸਤਾਰ ਵਾਲਾ ਵਿਸ਼ਾ ਹੈ ਜੋ ਸਮੁੱਚੇ ਵਿਸ਼ੇ ਦੀ ਚਰਚਾ ਇੱਥੇ ਸੰਭਵ ਨਹੀਂ ਕਰ ਸਕਦੇ। ਫਿਰ ਵੀ ਲਿਖਤ ਨੂੰ ਹੋਰ ਉਪਯੋਗੀ ਬਣਾਉਣ ਲਈ ਕਿਤਾਬ ਦੇ ਅੰਤ ਵਿੱਚ ਮੈਂ ਆਪਣੀਆਂ ਪਹਿਲੀਆਂ ਪੁਸਤਕਾਂ ਵਿੱਚੋਂ ਸੰਬੰਧਿਤ ਵਿਸ਼ੇ ਨਾਲ ਮਿਲਦੇ ਜੁਲਦੇ ਕੁਝ ਅੰਸ਼ ਜੋੜੇ ਹਨ। ਉਮੀਦ ਕਰਦਾ ਪਾਠਕਾਂ ਨੂੰ ਇਹ ਜਾਣਕਾਰੀ ਲਾਹੇਵੰਦ ਲੱਗੇਗੀ। ਸੰਵਿਧਾਨ ਹੈ ਤਾਂ ਦੇਸ਼ ਹੈ, ਸੰਵਿਧਾਨ ਹੈ ਤਾਂ ਲੋਕਤੰਤਰ ਹੈ, ਸੰਵਿਧਾਨ ਹੈ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਹੈ। ਇਸ ਲਈ ਭਾਰਤੀ ਸੰਵਿਧਾਨ ਬਾਰੇ ਸੰਖੇਪ ਵਿੱਚ ਜਾਣਕਾਰੀ ਪੰਜਾਬੀ ਪਾਠਕਾਂ ਦੇ ਲਈ ਲਾਭਦਾਇਕ ਹੈ। ਸੋ ਅਸੀਂ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਸ ਸੰਵਿਧਾਨ ਦੀ ਲੋੜ ਸਾਨੂੰ ਕਿਉਂ ਪਈ। ਮੈਂ ਕਾਨੂੰਨ ਦਾ ਵਿਦਿਆਰਥੀ ਨਹੀਂ ਹਾਂ, ਮੈਂ ਬਾਬਾ ਸਾਹਿਬ ਦਾ ਵਿਦਿਆਰਥੀ ਜ਼ਰੂਰ ਹਾਂ। ਇਸ ਲਈ ਸੰਵਿਧਾਨ ਬਾਰੇ ਲਿਖਣੋਂ ਨਹੀਂ ਰਹਿ ਸਕਿਆ।
ਸੰਵਿਧਾਨ ਦੀ ਭਾਵਨਾ ਨਾਲ ਖਿਲਵਾੜ ਬਾਬਾ ਸਾਹਿਬ ਦੇ ਜਿਉਂਦਿਆਂ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਸ਼ੁਰੂ ਹੋ ਗਿਆ ਸੀ। ਰੋਜ਼-ਰੋਜ਼ ਕੀਤੀਆਂ ਜਾਣ ਵਾਲੀਆਂ ਤਰਸੀਮਾਂ ਤੋਂ ਉਹ ਡਾਢੇ ਪਰੇਸ਼ਾਨ ਸਨ। ਸੰਵਿਧਾਨ ਹੈ ਤਾਂ ਦੇਸ਼ ਹੈ, ਇਹੀ ਵਾਰ-ਵਾਰ ਕਹਿੰਦੇ ਸਨ। ਸੰਵਿਧਾਨ ਦੀ ਭਾਵਨਾ ਖਿਲਵਾੜ ਕਰਨਾ ਜਦੋਂ ਉਹਨਾਂ ਦੀਆਂ ਅੱਖਾਂ ਸਾਹਮਣੇ ਸ਼ੁਰੂ ਹੋ ਗਿਆ ਤਾਂ ਰੋਜ਼-ਰੋਜ਼ ਲੋਕਾਂ ਨੇ ਨਵੀਆਂ ਤਰਸੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਉਹਨਾਂ ਤਰਸੀਮਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਤੇ ਉਹਨਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ। ਰਾਜਨੀਤੀ ਅਤੇ ਚੋਣਾਂ ਵਿੱਚ ਧਨ ਦੇ ਦਖਲ ਨੂੰ ਉਹ ਅਤੀ ਮੰਦਭਾਗਾ ਮੰਨਦੇ ਸਨ। ਪ੍ਰੈਸ ਮੀਡੀਆ ਦੇ ਪੱਖਵਾਤੀ ਜਾਤੀਵਾਦ ਵਤੀਰਾ ਉਹਨਾਂ ਨੂੰ ਜ਼ਿੰਦਗੀ ਭਰ ਸਤਾਉਂਦਾ ਰਿਹਾ। ਅਨੇਕਾਂ ਕਦਰਾਂ ਕੀਮਤਾਂ ਸਿਧਾਂਤਾਂ ਅਸੂਲਾਂ ਦੀ ਗੱਲ ਬੀਤੇ ਸਮੇਂ ਦੀ ਗੱਲ ਬਣਦੀ ਜਾ ਰਹੀ ਹੈ। ਲੋਕ ਰਾਜ ਇੱਕ ਜੁੰਡਲੀ ਦਾ ਰਾਜ ਹੈ, ਬਣਨ ਅੱਗੇ ਵੱਧ ਰਿਹਾ ਸੀ। ਸ਼ੋਸ਼ਣ ਪੀੜਤੀ ਕਿਰਤੀ ਕਿਸਾਨ ਜਾਤਵਾਦ ਦੇ ਭੰਨੇ ਤੋੜੇ, ਪਿਛਲੇ ਵਰਗ ਔਰਤਾਂ ਅਣਗੌਲੇ ਕੀਤੇ ਜਾਣ ਲੱਗੇ ਕਿਉਂਕਿ ਜਦੋਂ ਜੋ ਸਾਡਾ ਭਾਰਤੀ ਸੰਵਿਧਾਨ ਆਇਆ ਇਹਨੂੰ ਬਹੁਤ ਲੋਕਾਂ ਨੇ ਇਹਦਾ ਵਿਰੋਧ ਕੀਤਾ ਕਿਉਂਕਿ ਇਹ ਸੰਵਿਧਾਨ ਨੇ ਸਾਨੂੰ ਹਰ ਇੱਕ ਵਰਗ ਨਾਲ ਜੋੜਿਆ, ਜਾਤਾਂ ਪਾਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁਝ ਚੰਦ ਲੋਕ ਇਹ ਨਹੀਂ ਚਾਹੁੰਦੇ ਸਨ ਕਿ ਲੋਕ ਜਾਤਾਂ ਪਾਤਾਂ ਤੋਂ ਨਿਕਲ ਸਕਣ ਕਿਉਂਕਿ ਇੱਥੇ ਜੋ ਭਾਰਤ ਸਾਡਾ ਦੇਸ਼ ਹੈ ਇਸ ਨੂੰ ਭਾਰਤ ਹੀ ਰਹਿਣ ਦਿੱਤਾ ਜਾਵੇ। ਸੋ ਆਪਾਂ ਬਹੁਲੀ ਗੱਲ ਨਹੀਂ ਕਰਦੇ, ਅੱਗੇ ਤੁਰਦੇ ਹਾਂ। ਜਾਤ ਖਤਮ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਚਲਾਇਆ ਗਿਆ ਸੀ। ਉਹੀ ਗੱਲ ਹੋਊਗੀ ਵੀ ਜਾਤ ਪਾਤ ਨੂੰ ਖਤਮ ਕਰਨ ਦਾ ਕੋਈ ਪ੍ਰੋਗਰਾਮ ਨਾ ਚਲਾਇਆ ਗਿਆ। ਰਾਖਵਾਂਕਰਨ ਕਦੇ ਪੂਰਾ ਨਹੀਂ ਕੀਤਾ ਗਿਆ। ਸਿੱਖਿਆ ਇੱਕ ਸਾਰ ਇੱਕ ਬਰਾਬਰ ਨਹੀਂ ਕੀਤੀ ਗਈ ਕਿਉਂਕਿ ਜੋ ਸੰਵਿਧਾਨ ਇਹ ਕਹਿੰਦਾ ਵੀ ਹਰ ਇੱਕ ਨੂੰ ਬਰਾਬਰ ਦੀ ਸਿੱਖਿਆ, ਬਰਾਬਰ ਦੇ ਅਧਿਕਾਰ ਹੋਣੇ ਚਾਹੀਦੇ ਨੇ। ਸੋ ਚੰਦ ਲੋਕਾਂ ਨੇ ਜਿਹੜੀ ਸਾਡੀ ਪੜ੍ਹਾਈ ਵੀ ਆ, ਬੱਚਿਆਂ ਦੀ ਪੜ੍ਹਾਈ ਆ, ਸਕੂਲੀ ਪੜ੍ਹਾਈ ਆ, ਉਹ ਵੀ ਇੱਕ ਆਪਣਾ ਵਪਾਰ ਬਣਾ ਲਿਆ। ਇਹ ਪੜ੍ਹਾਈ ਨੂੰ ਪੜ੍ਹਾਈ ਦੀ ਤਰ੍ਹਾਂ ਸਕੂਲ ਚਲਾ ਨਹੀਂ ਰਹੇ। ਕਾਲਾ ਧਨ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਲੱਗ ਪਿਆ। ਇਸ ਦੇ ਮੱਦੇ-ਨਜ਼ਰ ਸੰਵਿਧਾਨ ਨਿਰਮਾਤਾ ਦਾ ਮਨ ਕਿੰਨੀ ਪੀੜਾ ਨਾਲ ਭਰ ਗਿਆ ਹੋਵੇ ਜਦੋਂ ਉਹਨਾਂ ਨੇ ਕਿਹਾ ਦੇਵਤੇ ਲੋਕਾਂ ਲਈ ਬਣਾਏ ਇਸ ਘਰ ਦੇ ਅੰਦਰ ਸ਼ੈਤਾਨ ਕਾਬਜ ਹੋ ਗਿਆ। ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹਾਂ, ਅੱਜ ਇਹ ਟਿੱਪਣੀ ਕਿੰਨੀ ਕੁ ਢੁਕਵੀਂ ਜਾਪਦੀ ਹੈ ਇਹ ਤੁਸੀਂ ਸਭ ਵਿਚਾਰ ਕਰਕੇ ਦੇਖ ਸਕਦੇ ਹੋ। ਸੰਵਿਧਾਨ ਦੀ PL ਭਾਵ ਉਦੇਸ਼ਕਾ ਭਾਵ ਸੰਵਿਧਾਨ ਦਾ ਪਹਿਲਾ ਪੰਨਾ ਤਾਂ ਜਿਵੇਂ ਪਾੜ ਦਿੱਤਾ ਗਿਆ ਹੋਵੇ। ਇਸ ਵਿੱਚ ਦਰਜ ਸੋਹਣੇ ਸ਼ਬਦ, ਪਹਿਲਾ ਨੰਬਰ ਸਮਾਜਵਾਦੀ, ਦੂਜਾ ਧਰਮ ਨਿਰਪੱਖ, ਤੀਜਾ ਲੋਕਤੰਤਰ। ਇਹ ਤਿੰਨ ਜਿਹੜੇ ਬੜੇ ਸੋਹਣੇ ਸ਼ਬਦ ਸਨ ਜੋ ਇਸ ਸੰਵਿਧਾਨ ਵਿੱਚ ਲਿਖੇ ਗਏ। ਕੁਝ ਚੰਦ ਲੋਕਾਂ ਨੇ ਇਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਅੱਜ ਵੀ ਇਸ ਸੰਵਿਧਾਨ ਨੂੰ ਮਿਟਾਉਣ ਲਈ ਬੜੀਆਂ ਡੂੰਘੀਆਂ ਸਾਜ਼ਾਂ ਰਚੀਆਂ ਜਾ ਰਹੀਆਂ ਨੇ ਤਾਂ ਕਿ ਸਾਡੇ ਬੱਚਿਆਂ ਨੂੰ ਤੇ ਸਾਨੂੰ ਉਹ ਅਧਿਕਾਰ ਨਾ ਮਿਲ ਸਕਣ ਜੋ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤੇ। ਚੌਥਾ ਸੀ ਗਣਰਾਜ ਉੱਪਰੇ ਜਾਪਣ ਲੱਗੇ ਹਨ। ਕਿੱਥੇ ਹੈ ਸਮਾਜਿਕ ਅਰਥ, ਕਿੱਥੇ ਹੈ ਰਾਜਨੀਤਿਕ ਨਿਆਂ। ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਜੋ ਸਾਡੇ ਬੱਚਿਆਂ ਨਾਲ, ਸਾਡੀਆਂ ਛੋਟੀਆਂ ਬੱਚੀਆਂ ਨੇ ਰੇਪ ਕੀਤੇ ਜਾ ਰਹੇ ਨੇ। ਉਹ 4 ਕੁ ਦਿਨ ਜੇਲ੍ਹਾਂ ਵਿੱਚ ਆਉਂਦੇ ਨੇ ਤੇ ਕੀ ਸਜ਼ਾ ਮਿਲਦੀ ਆ, ਕੀ ਨਿਆਂ ਮਿਲਦਾ? ਦਿਨੋਂ ਦਿਨ ਉਹ ਹੋਰ ਡੰਗ ਮਾਰਦੇ ਜਾਂਦੇ ਨੇ। ਸੋ ਇਹ ਸੰਵਿਧਾਨ ਨੇ ਸਾਨੂੰ ਜੋ ਦਿੱਤਾ ਸੀ ਉਹ ਅੱਜ ਸਭ ਕੁਝ ਸਾਤੋਂ ਮੁੱਠੀਆਂ ਭਰ ਖੋਇਆ ਜਾ ਰਿਹਾ ਹੈ। ਘਟਾਲਿਆਂ ਦੀ ਚਰਚਾ ਚੱਲਦੀ ਰਹਿੰਦੀ ਹੈ। ਪੁਲਿਸ ਦੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਰਹਿੰਦੀ ਹੈ। ਮਨੁੱਖੀ ਅਧਿਕਾਰਾਂ ਦਾ ਹਨਨ ਆਮ ਵਰਤਾਰਾ ਹੈ। ਨੇਤਾਵਾਂ ਦੇ ਬਿਆਨ ਬੇਤੁਕੇ ਬੇਦਲੀਲ ਜਵਲੀਆਂ ਹੀ ਹੱਦ ਤੱਕ ਚਲੇ ਜਾਂਦੇ ਹਨ। ਕੀ ਕੋਈ ਆਮ ਇਮਾਨਦਾਰ ਗਿਆਨਵਾਨ ਪਰ ਧਨਹੀਣ ਬੰਦਾ ਚੋਣ ਜਿੱਤ ਸਕਦਾ ਹੈ? ਚੋਣਾਂ ਮੈਨੇਜਮੈਂਟ ਬਣ ਗਈਆਂ ਹਨ। ਲੋਕਾਂ ਨੂੰ ਇਸ ਦੇ ਤਰੀਕੇ ਬਗਲਾਓ, ਵਾਰੀ ਰਗੜੇ ਲਾਈ ਜਾਓ ਕਿ ਇਹ ਸਭ ਸੰਵਿਧਾਨ ਕਹਿੰਦਾ ਹੈ। ਕਾਨੂੰਨ ਬਣਾਉਣ ਵਾਲੇ ਨੂੰ ਹੀ ਕਾਨੂੰਨ ਦੀ ਉਲੰਘਣਾ ਕਰਨ ਉਹ ਇਸ ਵਿੱਚ ਆਪਣੀ ਸ਼ਾਨ ਸਮਝਦੇ ਹਨ। ਕਈ ਅਖੌਤੀ ਨੇਤਾ ਤਾਂ ਆਪਣੇ ਫਰਜ਼ ਨਿਭਾਉਣ ਬਣਾਉਣ ਵਾਲੇ ਕਾਨੂੰਨ ਦੀ ਉਲੰਘਣਾ ਕਰਨ ਨੂੰ ਆਪਣਾ ਸਨਮਾਨ ਸਮਝਦੇ ਹਨ। ਕਈ ਅਖੌਤੀ ਨੇਤਾ ਤਾਂ
ਇਹ ਫਰਜ਼ ਨਿਭਾ ਰਹੇ ਹਨ ਕਿ ਵੱਡੇ ਤੋਂ ਵੱਡੇ ਅਫਸਰ ਨੂੰ ਥੱਪੜ ਤੱਕ ਮਾਰ ਦਿੰਦੇ ਹਨ। ਧਮਕੀਆਂ ਦੇਣਾ ਤਾਂ ਆਮ ਹੀ ਹੋ ਗਿਆ ਹੈ। ਕੀ ਇਹ ਵਤੀਰਾ ਨਿੰਦਣਯੋਗ ਨਹੀਂ ਹੈ? ਚੋਣਾਂ ਤੱਕ ਅੱਜ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ। EVM ਮਸ਼ੀਨਾਂ ਰਾਹੀਂ ਚੋਣਾਂ ਕਰਵਾਉਣ ਦੀ ਜਿੱਦ ਕਿਉਂ ਹੈ? ਅਮਰੀਕਾ ਸਭ ਤੋਂ ਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ, ਉੱਥੇ ਵੀ ਜੋ ਚੋਣਾਂ ਨੇ ਬੈਲਟ ਪੇਪਰ ਨਾਲ ਹੋ ਰਹੀਆਂ ਨੇ। ਜਿਸ ਦੇਸ਼ ਨੇ EVM ਮਸ਼ੀਨਾਂ ਬਣਾਈਆਂ ਉਸ ਦੇਸ਼ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮਸ਼ੀਨਾਂ ਦੇ ਵਿੱਚ ਡਾਟਾ ਚੋਰੀ ਕੀਤਾ ਗਿਆ ਤੇ ਚੋਰੀ ਕੀਤਾ ਜਾ ਸਕਦਾ, ਤੇ ਉਸ ਦੇਸ਼ ਨੇ ਮਸ਼ੀਨ ਬੈਨ ਕਰਤੀ। ਤੇ ਫਿਰ ਭਾਰਤ ਵਿੱਚ ਕਿਉਂ EVM ਮਸ਼ੀਨਾਂ ਰਾਹੀਂ ਵੋਟਾਂ ਹੋ ਰਹੀਆਂ ਨੇ? ਬੈਲਟ ਪੇਪਰ ਰਾਹੀਂ ਕਿਉਂ ਨਹੀਂ ਵੋਟ ਹੋ ਰਹੀ? ਮੂਲ ਅਧਿਕਾਰਾਂ ਵਿੱਚ ਦਰਜ ਸਨਮਾਨਤਾ ਅਧਿਕਾਰ, ਧਰਮ, ਜਾਤ, ਲਿੰਗ ਆਧਾਰ ਤੇ ਭੇਦਭਾਵ ਨਾ ਕਰਨ ਦਾ ਅਧਿਕਾਰ, ਛੂਆ-ਛਾਤ ਨਾ ਕਰਨ ਦਾ ਅਧਿਕਾਰ ਕਿਸ ਹੱਦ ਤੇ ਲਾਗੂ ਹੁੰਦਾ ਹੈ? ਕੀ ਮਨੁੱਖ ਦੁਆਰਾ ਮਨੁੱਖ ਦਾ ਸ਼ੋਸ਼ਣ ਖਤਮ ਹੋ ਗਿਆ ਹੈ? ਉਹ ਅਧਿਕਾਰ ਕੀ ਕਾਹਦਾ ਹੈ? ਉਹ ਅਧਿਕਾਰ ਹੀ ਕਾਹਦਾ ਹੈ ਜੋ ਦੁਨੀਆ ਨੂੰ ਦਿਖਾਉਣ ਮਾਤਰ ਲਈ ਇੱਕ ਸੰਵਿਧਾਨ ਦੇ ਪੰਨਿਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇ। ਨਾਗਰਿਕਾਂ ਦੇ ਮੂਲ ਅਧਿਕਾਰ ਪ੍ਰਤੀ ਸਹੂਲਤਾ ਨਹੀਂ, ਨਿਰਦੇਸ਼ਕ ਸਿਧਾਂਤਾਂ ਪ੍ਰਤੀ ਤਾਂ ਕਿਸੇ ਨੂੰ ਕੋਈ ਜਵਾਬਦੇਹ ਹੋਣਾ ਹੈ। ਇਹ ਜੋ ਅੱਜ ਤੱਕ ਕਿਤੇ ਦਿਖ ਨਹੀਂ ਰਿਹਾ ਵੀ ਕੋਈ ਮੰਤਰੀ ਜਵਾਬ ਦੇ ਦੇਵੇ ਕਿ ਇਹ ਕੰਮ ਕਿਉਂ ਹੋ ਰਹੇ ਨੇ। ਕਿਉਂਕਿ ਜੇ ਉਹ ਸੰਵਿਧਾਨ ਨੂੰ ਲਾਗੂ ਕਰਨਗੇ ਤਾਂ ਉਹਨਾਂ ਦੇ ਹੱਥੋਂ ਸਭ ਕੁਝ ਖੁੱਜ ਜਾਣਾ। ਇਸ ਲਈ ਉਹ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹ ਕੋਝੀਆਂ ਚਾਲਾਂ ਅੱਜ ਤੋਂ ਨਹੀਂ, ਬਾਬਾ ਸਾਹਿਬ ਨੇ ਜਦੋਂ ਇਹ ਸੰਵਿਧਾਨ ਪਾਰਲੀਮੈਂਟ ਵਿੱਚ ਸਥਾਪਿਤ ਕਰਿਆ ਸੀ ਉਦੋਂ ਤੋਂ ਹੀ ਇਹ ਚਾਲਾਂ ਚੱਲ ਪਈਆਂ ਸਨ। ਮੂਲ ਫਰਜ਼ਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਤਾਵਾਦ, ਗਿਆਨ ਪ੍ਰਾਪਤ ਕਰਨ ਦੀ ਭਾਵਨਾ ਦਾ ਵਿਕਾਸ ਕਰਨ ਦੀ ਗੱਲ ਆਖੀ ਗਈ, ਪਰ ਦਿਨ ਰਾਤ ਵਹਿਮ ਭਰਮ, ਪਖੰਡ, ਦਿਖਾਵੇ, ਮਿੱਥਾ ਫੈਲਾਉਣ ਦਾ ਸਿਲਸਿਲਾ ਚੱਲਦਾ ਰਿਹਾ ਹੈ। ਸੰਸਾਰ ਉੱਤੇ ਅਹੁਦਿਆਂ ਉੱਤੇ ਇੱਕ ਪਾਛੜ ਸੋਚ ਭਾਰੂ ਹੋ ਰਹੀ ਹੈ। ਬੱਚੀਆਂ, ਔਰਤਾਂ, ਜਾਤਪਾਤ ਦੇ ਨੀਵੇਂ ਕਰਾਰ ਦਿੱਤੇ ਗਏ ਹਨ। ਲੋਕਾਂ ਤੇ ਜ਼ੁਲਮ ਵੱਧ ਰਹੇ ਹਨ। ਅੱਜ ਜੋ ਮੋਬਾਈਲ ਵਰਗਾ ਯੁੱਗ ਹੈ, ਇਹ ਸ਼ਬਦ ਬੜਾ ਖਤਰਨਾਕ ਹੈ, ਕਿਉਂਕਿ ਜੋ ਮੋਬਾਈਲੀ ਯੁੱਗ ਆ ਰਿਹਾ ਇਸ ਨੇ ਸਾਡੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਬਜਾਏ ਸਾਡੇ ਬੱਚਿਆਂ ਨੂੰ ਖਤਮ ਕਰ ਦਿੱਤਾ। ਕਿਉਂਕਿ ਮੋਬਾਈਲ ਦੇ ਨਾਲ ਜੁੜ ਕੇ ਬੱਚੇ ਆਪਣਾ ਭਵਿੱਖ ਭੁੱਲ ਰਹੇ ਨੇ ਤੇ ਆਪਣਾ ਜੋ ਇਤਿਹਾਸ ਆ ਉਹ ਭੁੱਲ ਰਹੇ ਨੇ। ਕਿਤਾਬਾਂ ਵਿੱਚ ਵੀ ਸਾਡਾ ਇਤਿਹਾਸ ਮਿਟਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਵਰਗੀ, ਗੁਰੂ ਗ੍ਰੰਥ ਸਾਹਿਬ ਜੋ ਸਾਡੇ 10 ਗੁਰੂਆਂ ਪਾਤਸ਼ਾਹੀਆਂ ਦਾ ਰੂਪ ਹੈ, ਉਸ ਵਿੱਚੋਂ ਬਾਣੀਆਂ ਕੱਢੀਆਂ ਜਾ ਰਹੀਆਂ ਹਨ। ਕਿਉਂ? ਇਹ ਬੇਨਤੀ ਮੇਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਹੈ ਵੀ ਤੁਸੀਂ ਇਸ 'ਤੇ ਕੋਸ਼ਿਸ਼ ਕਰੋ ਕਿ ਜੋ ਸਾਡੀਆਂ ਮੁੱਢਲੀਆਂ, ਜੋ ਸਾਡੀਆਂ ਪੁਰਾਤਨ ਇਤਿਹਾਸਕ ਸਾਖੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪੁਰਾਤਨ ਬਾਣੀਆਂ ਇਹਨਾਂ ਨੂੰ ਕੱਢਿਆ ਨਾ ਜਾਵੇ, ਕਿਉਂਕਿ ਇਹਨਾਂ ਤੋਂ ਹੀ ਸਾਨੂੰ ਦਿਸ਼ਾ ਨਿਰਦੇਸ਼ ਮਿਲਦੇ ਨੇ ਤਾਂ ਸਾਡਾ ਜੀਵਨ ਵਧੀਆ ਟਲਦਾ। ਸੋ ਜੋ ਪੜ੍ਹ ਕੇ ਅਸੀਂ ਵਿਚਾਰ ਕੇ ਇੱਕ ਗੁਰੂ ਵਾਲੇ ਬਣ ਸਕੀਏ। ਵਿਕਾਸ ਦਰ ਮੁੱਠੀ ਪਰ ਲੋਕਾਂ ਨੇ ਚੱਟ ਲਈ ਹੈ। ਸਾਫ਼ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਲਈ ਵੱਡੀ ਆਬਾਦੀ ਤਰਸ ਗਈ ਹੈ। ਕਰੀਬ ਦੇਸ਼ਾਂ ਦੀ ਅੱਧੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਬਸਰ ਰਹੀ ਹੈ। ਦੇਸ਼ ਦੀ ਅੱਧ ਤੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਆਉਣ ਦਾ ਕਾਰਨ ਕੀ ਹੈ? ਮੰਤਰੀਆਂ ਨੂੰ ਬੇਸ਼ੁਮਾਰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਹ ਸਹੂਲਤਾਂ ਆਮ ਆਦਮੀ ਨੂੰ ਨਹੀਂ ਮਿਲਦੀਆਂ। ਕੀ ਇਹ ਸਹੂਲਤਾਂ ਲੈਣ ਦੇ ਹੱਕਦਾਰ ਹੈ? ਜੇ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਤਾਂ ਆਮ ਲੋਕਾਂ ਨੂੰ ਸਹੂਲਤਾਂ ਕਿਉਂ ਨਹੀਂ ਮਿਲਦੀਆਂ? ਮਹਿੰਗਾਈ ਸਿਰਫ ਆਮ ਆਦਮੀ ਲਈ ਕਿਉਂ ਹੈ? ਮਹਿੰਗਾਈ ਇਹਨਾਂ ਮੰਤਰੀਆਂ ਲਈ ਕਿਉਂ ਨਹੀਂ? ਜ਼ਮੀਨੀ ਹਕੀਕਤ ਇਹ ਹੈ ਕਿ ਗੱਲਾਂ ਅਸਮਾਨ 'ਤੇ ਕਬਜ਼ਾ ਕਰਨ ਦੀਆਂ ਹੋ ਰਹੀਆਂ ਹਨ, ਪਰ ਜੋ ਜ਼ਮੀਨੀ ਹਕੀਕਤ ਹੈ ਉਹ ਕੁਛ ਹੋਰ ਜਾਪਦੀ ਹੈ। ਲਤਾੜਿਆ ਪਛਾੜਿਆ ਕਮਜ਼ੋਰਾਂ ਵਿੱਚ ਸੰਵਿਧਾਨ ਦੀ ਬਦੌਲਤ ਆਈ ਮਾੜੀ ਮੋਟੀ ਜਾਗਰਤੀ ਅਤੇ ਖੁਸ਼ਹਾਲੀ ਇੱਕ ਪਾਸਲ ਸੋਚ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਰੋੜਾਂ ਵਾਂਗ ਰੜਕਦੀ ਹੈ। ਇਸ ਲਈ ਸਿੱਖਿਆ ਖਤਮ ਕਰ ਦਿੱਤੀ ਹੈ। ਰੁਜ਼ਗਾਰ ਰਾਖਵਾਂਕਰਨ ਆਪਣਾ ਆਪ ਖਤਮ ਹੋ ਗਿਆ ਹੈ। ਨੌਕਰੀਆਂ ਤੋਂ ਬਿਨਾਂ ਸਾਡੇ ਪੱਲੇ ਕੀ ਸੀ, ਸਾਡੇ ਕੋਲ ਕੀ ਹੈ? ਕਿਉਂਕਿ ਦੇਖੋ, ਜਦੋਂ ਰੁਜ਼ਗਾਰ ਹੀ ਨਹੀਂ ਰਹਿਣਾ ਤਾਂ ਜੋ ਸਾਡੀ ਨੌਜਵਾਨੀ ਵਰਗ ਆ ਉਹ ਗਲਤ ਰਸਤੇ ਅਪਣਾਉਣ ਲਈ ਮਜਬੂਰ ਹੋ ਜੂ। ਕਿਉਂਕਿ ਕੰਮ ਕੋਈ ਹੈ ਨਹੀਂ, ਸਭ ਕੁਝ ਵਿਕ ਰਿਹਾ। ਸਾਡੀਆਂ ਜਿਹੜੀਆਂ ਸਰਕਾਰਾਂ ਨੇ ਪ੍ਰਾਈਵੇਟ ਘਰਾਣਿਆਂ ਦੀਆਂ ਗੁਲਾਮ ਹੋ ਚੁੱਕੀਆਂ ਨੇ। ਅਤੇ ਸੋ ਸਾਡੇ ਲਈ ਕੀ ਬਚਣਾ? 2-3 ਸਾਲਾਂ ਵਿੱਚ ਤੁਹਾਡੇ ਮੂਹਰੇ ਹੀ ਅੱਖਾਂ ਅੱਗੇ ਸਭ ਕੁਝ ਸਾਫ਼ ਹੋ ਜਾਣਾ ਕਿ
ਇਹਨਾਂ ਦੀਆਂ ਜੋ ਚਾਲਾਂ ਸੀ ਉਹ ਕਿੱਥੇ ਤੱਕ ਸਾਬਤ ਹੋਈਆਂ ਨੇ। ਸੰਵਿਧਾਨ ਦੀ ਪਾਲਣਾ ਨਹੀਂ ਹੋ ਰਹੀ, ਨਾ ਹੀ ਇਸ ਦੀ ਪਾਲਣਾ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਦਾ ਲੈ ਕੇ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਤੱਕ ਸਾਹਮਣੇ ਆ ਗਿਆ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਮਨੀ ਮੀਡੀਆ ਮਸਲ ਪਾਵਰ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ, ਜੋ ਕਿ ਲੋਕਤੰਤਰ ਲਈ ਘਾਤਕ ਸੰਕੇਤ ਹਨ। ਸੰਵਿਧਾਨ ਨੂੰ ਸ਼ਰੇਆਮ ਸਾੜਨ ਦੀਆਂ ਘਟਨਾ ਨੂੰ ਮੀਡੀਆ, ਸਰਕਾਰ ਤੇ ਕੋਰਟ ਦੁਆਰਾ ਹਲਕੇ ਵਿੱਚ ਲੈਣਾ ਗਹਿਨ ਗੰਭੀਰ ਸਵਾਲ ਖੜੇ ਕਰਦਾ ਹੈ। ਇਸ ਲਈ ਪਿਆਰੇ ਦੇਸ਼ ਵਾਸੀਓ, ਸਮਝੋ, ਹੋਰ ਮੁੱਦੇ ਉਛਾਲੇ ਜਾਂਦੇ ਹਨ। ਤੁਹਾਡੇ ਜੀਵਨ ਨਾਲ ਨੇੜਿਓਂ ਜੁੜਦੇ ਮੁੱਦੇ ਬਹੁਤ ਘੱਟ ਛੋਏ ਜਾਂਦੇ ਹਨ। ਤੁਹਾਨੂੰ ਹੋਰ ਚਰਚਾਵਾਂ ਵਿੱਚ ਹੀ ਉਲਝਾਇਆ ਜਾਂਦਾ ਹੈ। ਸੋ ਸੁਚੇਤ ਰਹੋ। ਇਹ ਸੰਵਿਧਾਨ ਤੁਸੀਂ ਖੁਦ ਆਪਣੇ ਲਈ ਬਣਾਇਆ ਹੈ, ਆਪਣੇ ਬੱਚਿਆਂ ਲਈ ਬਣਾਇਆ ਹੈ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਣਾਇਆ ਹੈ। ਇਹ ਤੁਹਾਨੂੰ ਹੀ ਸਮਰਪਿਤ ਕੀਤਾ ਗਿਆ ਹੈ। ਇਸ ਲਈ ਪੂਰੇ ਚੇਤਨਾ ਹੋ ਕੇ ਅਸਲ ਅਰਥਾਂ ਵਿੱਚ ਸੰਵਿਧਾਨ ਦੀ ਪਾਲਣਾ ਕਰੋ। ਤੁਹਾਡੇ ਲਈ ਚੈਲੰਜ ਹੈ, ਸੋਚੋ, ਦੁਨੀਆ ਦਾ ਆਲਾ ਸੰਵਿਧਾਨ ਰਾਤੋਂ ਰਾਤ ਮਾੜਾ ਕਿਵੇਂ ਹੋ ਗਿਆ? ਕੀ ਇਹ ਚੰਦ ਇੱਕ ਲੋਕ ਇਸ ਨੂੰ ਸਾੜਨ ਤੇ ਉਤਾਰੂ ਹੋ ਗਏ? ਕਹਿਣ ਦਾ ਮਤਲਬ ਇਹ ਸੀ ਵੀ ਕੀ ਸੰਵਿਧਾਨ ਇਹ ਰਾਤੋਂ ਰਾਤ ਇੰਨਾ ਮਾੜਾ ਹੋ ਗਿਆ ਕਿ ਇਸ ਨੂੰ ਸਾੜਨ ਦੀ ਲੋੜ ਕਿਉਂ ਪਈ? ਇਹ ਚੰਦ ਲੋਕ ਜੋ ਨਹੀਂ ਚਾਹੁੰਦੇ ਕਿ ਸਾਡੀ ਭਾਰਤ ਦਾ ਵਿਕਾਸ ਹੋ ਸਕੇ। ਸੋ ਇਹ ਪੁਸਤਕ ਪੇਸ਼ ਕਰਨ ਦਾ ਮਕਸਦ ਕਿਸੇ ਨੂੰ ਉਕਸਾਉਣਾ ਨਹੀਂ, ਬਲਕਿ ਅਗਾਹ ਕਰਨਾ ਹੈ ਕਿ ਸਾਰੇ ਹੀ ਸੰਵਿਧਾਨ ਦਾ ਕਾਨੂੰਨ ਪਾਲਣਾ ਕਰੀਏ। ਸੰਵਿਧਾਨ ਨਿਰਮਾਣ ਤੋਂ ਵੱਧ ਖੁਦ ਸੰਵਿਧਾਨ ਨਿਰਮਾਤਾ ਨੇ ਸੰਵਿਧਾਨ ਤੋਂ ਬਾਹਰ ਜਾ ਕੇ ਕੁਝ ਕਰਨ ਦੇ ਵਿਰੁੱਧ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਸੀ। ਜੋ ਸੰਵਿਧਾਨ ਨੂੰ ਪੜ੍ਹੋ, ਇਸ ਸੰਵਿਧਾਨ ਸਨਮਾਨ ਵਿੱਚ ਜਾਗਰੂਕ ਹੋਵੋ ਅਤੇ ਲੋਕਾਂ ਨੂੰ ਜਾਗਰਿਤ ਕਰੋ। ਆਪਣੇ ਬੱਚਿਆਂ ਨੂੰ ਇਹ ਸੰਵਿਧਾਨ ਪੜ੍ਹਾਓ ਤੇ ਸਕੂਲਾਂ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਕਰੋ ਕਿ ਸਾਡੇ ਬੱਚਿਆਂ ਨੂੰ ਹੋਰ ਵਿਸ਼ਿਆਂ ਦੇ ਨਾਲ ਇੱਕ ਭਾਰਤ ਦਾ ਸੰਵਿਧਾਨ ਦਾ ਵਿਸ਼ਾ ਵੀ ਜੋੜਿਆ ਜਾਵੇ, ਜਿਸ ਸੰਵਿਧਾਨ ਬਾਰੇ ਸਾਡੇ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਨਿਕਟ ਸੰਪਰਕ ਵਿੱਚ ਰਹੇ ਅਤੇ ਕਈ ਵਰ੍ਹਿਆਂ ਤੱਕ ਉਹਨਾਂ ਦੀ ਅਗਵਾਈ ਵਿੱਚ ਸਰਗਰਮ ਰਹੇ। ਅਸਾਂ ਸਾਰਿਆਂ ਨੇ ਸਤਿਕਾਰ ਵਿਦਵਾਨ ਮਾਨਯੋਗ ਕੇ.ਸੀ. ਸੁਲੇਖ ਨੇ ਮੇਰੀ ਬੇਨਤੀ ਮੰਨਦਿਆਂ ਅਗਵਾਈ ਵਜੋਂ ਇਸ ਪੁਸਤਕ ਲਈ ਮੁੱਖ ਬੰਦ ਲਿਖਿਆ, ਜਿਸ ਨਾਲ ਪੁਸਤਕ ਦੇ ਵਿਸ਼ੇਸ਼ ਤੌਰ ਤੇ ਹੋਰ ਵੀ ਨਿਖਾਰ ਆ ਗਿਆ। ਕੁਦਰਤ ਕਰੇ ਸੁਲੇਖ ਜੀ ਆਉਣ ਵਾਲੇ ਲੰਮੇ ਸਮੇਂ ਤੱਕ ਸਾਡਾ ਮਾਰਗਦਰਸ਼ਨ ਕਰਦੇ ਰਹਿਣ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਮੇਰੇ ਮੌਲਿਕ ਅਧਿਕਾਰਾਂ ਬਾਰੇ ਵਿਸ਼ੇਸ਼ ਟਿੱਪਣੀ ਲਿਖਣ ਲਈ ਐਡਵੋਕੇਟ ਇੰਦਰਜੀਤ ਕੁਮਾਰ ਜੀ ਦਾ ਵੀ ਧੰਨਵਾਦ ਕਰਦੇ ਹਾਂ। ਸੰਵਿਧਾਨ ਰੂਪੀ ਇਸ ਗ੍ਰੰਥ ਨੂੰ ਤਿਆਰ ਕਰਵਾਉਣ ਵਿੱਚ ਮਾਨਯੋਗ ਧਰਮਪਾਲ ਕਠਾਰ ਦੀ ਅਗਵਾਈ ਵਿੱਚ ਕੰਮ ਕਰ ਰਹੇ ਬਾਬਾ ਅੰਬੇਦਕਰ ਸਾਹਿਬ ਵੈਲਫੇਅਰ ਟਰੱਸਟ ਜਲੰਧਰ ਦੀ ਪ੍ਰੇਰਣਾ ਰਹੀ ਹੈ। ਇਸ ਲਈ ਮੈਂ ਅਤੀ ਧੰਨਵਾਦੀ ਹਾਂ। ਮੇਰੀ ਪੂਰੀ ਆਸ ਤੇ ਪੂਰਾ ਵਿਸ਼ਵਾਸ ਹੈ ਕਿ ਪਹਿਲੀਆਂ ਪੁਸਤਕਾਂ ਵਾਂਗ ਇਸ ਨੂੰ ਰਾਜਮਾ ਪਿਆਰ ਤੇ ਸਮਰਥਨ ਮਿਲੇਗਾ। ਸੋ ਜੀ, ਇਹ ਜਿਹੜਾ ਸੰਵਿਧਾਨ ਹੈ ਇਹਨੂੰ ਸੋਹਣ ਸੈਲਜਲ ਜੀ ਨੇ ਬੜੇ ਪਿਆਰ ਤੇ ਸਹਿਜ ਸੁਭਾਅ ਢੰਗ ਨਾਲ ਪੜ੍ਹਿਆ, ਵਿਚਾਰਿਆ ਤੇ ਇਹਦਾ ਇੱਕ ਵਧੀਆ ਉਤਾਰਾ ਕੀਤਾ। ਸੋ ਉਹਨਾਂ ਦੀ ਇੱਕ ਕਵਿਤਾ ਆਪਾਂ ਜੋ ਛੋਟੀ ਜਿਹੀ ਪੜ੍ਹ ਲੈਂਦੇ ਹਾਂ। ਇੱਥੇ ਤੱਕ ਲਿਆਉਣ ਲਈ ਕਾਰਬਾਂ ਤੂੰ ਬੇਸ਼ੁਮਾਰ ਤਕਲੀਫਾਂ ਸਹਾਰੀਆਂ ਨੇ, ਬੜਾ ਘੇਰਿਆ ਘੋਰ ਵਿਰੋਧੀਆਂ ਨੇ, ਨਹੀਂ ਫੇਰ ਵੀ ਹਿੰਮਤਾਂ ਹਾਰੀਆਂ ਮੈਂ। ਪਿੱਛੇ ਜਾਵੇਂ ਨਾ ਕਾਰਬਾ ਕਿਸੇ ਹੀਲੇ, ਲਿਖੀਆਂ ਜੋਗਤਾ ਸੰਵਿਧਾਨ ਵਿੱਚ ਮੈਂ ਸਾਰੀਆਂ ਨੇ, ਤੁਹਾਨੂੰ ਦੇਣ ਲਈ ਫੁੱਲਾਂ ਦਾ ਨਿੱਘ ਸੈਜਲਾ, ਰਾਤਾਂ ਕੱਢੀਆਂ ਉੱਤੇ ਗੁਜ਼ਾਰੀਆਂ ਮੈਂ। ਸੋ ਇਹ ਜੋ ਭਾਰਤ ਦਾ ਸੰਵਿਧਾਨ ਹੈ, ਇਸ ਵਿੱਚ ਸਹਿਜਲ ਜੀ ਨੇ ਇੱਕ ਬੜੀ ਵਧੀਆ ਕਵਿਤਾ ਦੇ ਰੂਪ ਵਿੱਚ ਦਰਸਾਇਆ ਕਿ ਸਾਡੇ ਲਈ ਕੀ ਔਖਿਆਈਆਂ ਆਈਆਂ ਤੇ ਸੰਵਿਧਾਨ ਨੂੰ ਲਿਖਣ ਵਿੱਚ ਕੀ ਔਕੜਾਂ ਆਈਆਂ ਤੇ ਉਹਨਾਂ ਨੇ ਵਰਣਨ ਕੀਤਾ। ਭਾਰਤ ਦਾ ਸੰਵਿਧਾਨ ਉਦੇਸ਼ਕਾ ਕੀ ਕਹਿੰਦੀ ਆ? ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਵਰਤੀ ਸੰਪੰਨ ਸਮਾਜਵਾਦੀ ਧਰਮ ਨਿਰਪੇਖ ਲੋਕਤੰਤਰ ਗਣਰਾਜ ਬਣਾਉਣ ਲਈ ਉਸ ਦੇ ਸਾਰੇ ਉਦੇਸ਼ਾਂ ਤੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ ਪ੍ਰਗਟਾਵੇ, ਵਿਸ਼ਵਾਸ ਤੇ ਉਪਾਸਨਾ ਦੀ ਸੁਤੰਤਰਤਾ, ਸਨਮਾਨ ਅਤੇ ਅਵਸਰ ਦੀ ਸਨਮਾਨਤਾ ਉਦੇਸ਼ਕਾ ਵਿੱਚ ਜੋ ਸਾਡੇ ਲਈ ਨੇ। ਵਿਅਕਤੀ ਦੇ ਮਾਣ-ਤਾਣ ਅਤੇ ਰਾਸ਼ਟਰ ਦੀ ਏਕਤਾ ਅਖੰਡਤਾ ਨੂੰ ਯਕੀਨੀ ਕਰਨ ਵਾਲਾ ਭਾਈਚਾਰਾ ਬਣਾਉਣ ਲਈ ਦ੍ਰਿੜ ਸੰਕਲਪ ਹੋ ਕੇ
ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26 ਨਵੰਬਰ 1949 ਨੂੰ ਇਹ ਸੰਵਿਧਾਨ ਅਪਣਾਉਂਦੇ ਹੋਏ ਪਾਸ ਕਰਦੇ ਅਤੇ ਆਪਣੇ ਆਪ ਨੂੰ ਸਮਰਪਿਤ ਕਰਦੇ ਹਨ। ਫੁੱਟਨੋਟ ਵਿੱਚ ਕੀ ਕਹਿੰਦੇ ਨੇ, ਸੰਵਿਧਾਨ 42ਵਾਂ ਸੰਸ਼ੋਧਨ ਅਧਿਨਿਯਮ 1976 ਦੀ ਧਾਰਾ 2 ਦੁਆਰਾ 3/1/1977 ਨੂੰ ਪ੍ਰਭੁਤਵ ਸੰਪੰਨ ਲੋਕਤੰਤਰ ਗਣਰਾਜ ਦੇ ਸਥਾਪਿਤ ਕੀਤਾ। ਸੰਵਿਧਾਨ 42ਵਾਂ ਸੰਸ਼ੋਧਨ ਅਧਿਨਿਯਮ 1976 ਦੀ ਧਾਰਾ 2 3/1/1977 ਨੂੰ ਰਾਸ਼ਟਰ ਦੀ ਏਕਤਾ ਦੇ ਸਥਾਨ ਨੇ ਸਥਾਪਿਤ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਉਦੇਸ਼ਿਕਾ ਉਹਨਾਂ ਮੁੱਖ ਉਦੇਸ਼ਾਂ ਨੂੰ ਦਰਸਾਉਂਦੀ ਹੈ ਜੋ ਕਾਨੂੰਨ ਦੁਆਰਾ ਪ੍ਰਾਪਤ ਕੀਤੇ ਜਾਣੇ ਹਨ, ਭਾਵ ਕਾਨੂੰਨ ਦੇ ਆਦਰਸ਼ ਅਤੇ ਇਛਾਵਾਂ। ਇਹ ਸਾਰੇ ਸਾਡੇ ਸੰਵਿਧਾਨ ਦੇ ਨਿਰਮਾਤਾ ਦੀ ਸੋਚ ਦੇ ਪ੍ਰਤੀਕ ਹਨ। ਟਿੱਪਣੀ ਵਿੱਚ ਕੀ ਜ਼ਿਕਰ ਕਰਦੇ ਨੇ, ਭਾਰਤ ਦੀ ਸਰਵਉੱਚ ਅਦਾਲਤ ਨੇ ਬੇਵਾਰੀ ਯੂਨੀਅਨ ਕੇਸ ਵਿੱਚ ਕਿਹਾ ਸੀ ਕਿ ਭਾਰਤ ਸੰਵਿਧਾਨ ਦੀ ਉਦੇਸ਼ਿਕਾ ਦੱਸਦੀ ਹੈ ਕਿ ਸੰਵਿਧਾਨ ਦੀਆਂ ਧਾਰਾਵਾਂ ਦੀ ਕੀ ਸੋਚ ਤੇ ਕੀ ਪਾਈਆਂ ਹਨ। ਇਸ ਕੇਸ ਵਿੱਚ ਕਿਹਾ ਗਿਆ ਕਿ ਉਦੇਸ਼ਿਕਾ ਸੰਵਿਧਾਨ ਦਾ ਹਿੱਸਾ ਨਹੀਂ ਹੈ, ਪਰ ਕੇਸਵਾਨੰਦ ਭਾਰਤੀ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਉਦੇਸ਼ਿਕਾ ਭਾਰਤੀ ਸੰਵਿਧਾਨ ਦਾ ਬਹੁਤ ਹੀ ਅਹਿਮ ਹਿੱਸਾ ਹੈ, ਇਸ ਲਈ ਇਸ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ। ਸੋ 42ਵੀਂ ਸੋਧ ਰਾਹੀਂ ਇਸ ਵਿੱਚ ਕੁਝ ਨਵੇਂ ਸ਼ਬਦ ਜੋੜੇ ਗਏ ਹਨ। ਇਸ ਤਰ੍ਹਾਂ ਉਦੇਸ਼ਿਕਾ ਘੱਟ ਤੋਂ ਘੱਟ ਸ਼ਬਦਾਂ ਵਿੱਚ ਸੰਵਿਧਾਨ ਦਾ ਸਾਰਾ ਤੱਤ ਦੱਸਦੀ ਹੈ। ਲਓ ਜੀ, ਭਾਗ ਪਹਿਲੇ ਵਿੱਚ ਤੁਹਾਡੇ ਲਈ ਸਭ ਤੋਂ ਸੰਵਿਧਾਨ ਨੂੰ ਜਦੋਂ ਸਟਾਰਟ ਕਰਦੇ ਹਾਂ ਤਾਂ ਕੀ ਆਉਂਦਾ, ਸੰਘ ਅਤੇ ਉਸ ਦਾ ਰਾਜ ਖੇਤਰ। ਸੰਘ ਦਾ ਨਾਂ ਤੇ ਰਾਜ ਖੇਤਰ। ਇੰਡੀਆ ਨੂੰ ਭਾਰਤ ਕਿਹਾ ਜਾਵੇ, ਨੰਬਰ 1 ਤੇ ਸੰਘ ਆਉਂਦਾ ਜੀ, ਜਿਸ ਵਿੱਚ ਕਿਹਾ ਜਾਂਦਾ ਇੰਡੀਆ ਨੂੰ ਭਾਰਤ ਕਿਹਾ ਜਾਵੇ, ਭਾਵ ਇੰਡੀਆ ਰਾਜਾਂ ਦਾ ਸੰਘ ਹੋਵੇਗਾ। ਮੀਨਜ਼ ਕਿ ਜੋ ਸਾਡਾ ਦੇਸ਼ ਹੈ ਇਸ ਦਾ ਨਾਂ ਸਿਰਫ ਭਾਰਤ ਹੈ, ਭਾਰਤ ਹੀ ਦੇਸ਼ ਹੈ। ਨੰਬਰ 2 ਵਿੱਚ ਕੀ ਕਹਿੰਦੇ ਨੇ, ਸੰਸਦ ਕਾਨੂੰਨ ਦੁਆਰਾ ਅਜਿਹੀਆਂ ਪਾਬੰਦੀਆਂ ਅਤੇ ਸ਼ਰਤਾਂ ਤੇ ਜੋ ਠੀਕ ਸਮਝੇ ਸੰਘ ਵਿੱਚ ਨਵੇਂ ਰਾਜਾਂ ਦਾ ਦਾਖਲਾ ਜਾਂ ਇਹਨਾਂ ਦੀ ਸਥਾਪਨਾ ਕਰ ਸਕੇਗੀ। ਸੰਸਦ ਨੰਬਰ 3 'ਚ ਆਉਂਦਾ ਜੀ, ਸੰਸਦ ਕਾਨੂੰਨ ਦੁਆਰਾ ਨਵੇਂ ਰਾਜ ਦਾ ਨਿਰਮਾਣ ਕਰ ਸਕਦੀ ਹੈ, ਵਰਤਮਾਨ ਖੇਤਰਾਂ ਸਮਾਵਾਂ ਜਾਂ ਨਾਮਾਂ ਵਿੱਚ ਪਰਿਵਰਤਨ ਕਰ ਸਕਦੀ ਹੈ। ਭਾਗ 2 ਵਿੱਚ ਤੁਹਾਡੀ ਆ ਜਾਂਦੀ ਹੈ ਜੀ ਨਾਗਰਿਕਤਾ, ਵੀ ਤੁਸੀਂ ਦੇਸ਼ ਦੇ ਨਾਗਰਿਕ ਹੋ, ਤੁਹਾਨੂੰ ਨਾਗਰਿਕਤਾ ਦੇ ਕੀ ਕੀ ਅਧਿਕਾਰ ਨੇ ਕਿ ਨਾਗਰਿਕਤਾ ਕਿਵੇਂ ਮਿਲਦੀ ਹੈ। ਨੰਬਰ 5 ਵਿੱਚ ਲਿਖਿਆ ਜੀ, ਇਸ ਸੰਵਿਧਾਨ ਦੇ ਸ਼ੁਰੂ ਹੋਣ ਸਮੇਂ ਹਰ ਵਿਅਕਤੀ ਜੋ ਭਾਰਤ ਵਿੱਚ ਰਹਿੰਦਾ ਹੈ ਅਤੇ ਇੱਥੇ ਜਨਮਿਆ ਹੈ, ਜਿਸ ਦੇ ਮਾਤਾ ਪਿਤਾ ਜਾਂ ਪਿਤਾ ਵਿੱਚੋਂ ਕੋਈ ਭਾਰਤ ਵਿੱਚ ਜਨਮਿਆ ਸੀ ਜਾਂ ਜੋ ਇਸ ਤੋਂ ਠੀਕ ਪਹਿਲਾਂ ਘੱਟੋ ਘੱਟ 5 ਵਰ੍ਹਿਆਂ ਤੱਕ ਭਾਰਤ ਦੇ ਰਾਜ ਖੇਤਰ ਵਿੱਚ ਮਾਮੂਲੀ ਤੌਰ ਤੇ ਨਿਵਾਸੀ ਰਿਹਾ ਹੋਵੇ, ਉਹ ਭਾਰਤ ਦਾ ਨਾਗਰਿਕ ਹੋਵੇਗਾ। ਨੰਬਰ 6 ਵਿੱਚ ਕੀ ਲਿਖਿਆ ਜੀ, ਪਾਕਿਸਤਾਨ ਤੋਂ ਆਉਣ ਵਾਲੇ ਮੀਨਜ਼ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰ। ਊੜਾ ਕਹਿੰਦਾ ਜੀ, ਜੇ ਉਹ ਜਾਂ ਉਹਨਾਂ ਦੇ ਮਾਤਾ ਪਿਤਾ ਵਿੱਚੋਂ ਕੋਈ ਜਾਂ ਉਹਨਾਂ ਦੇ ਮਾਤਾ ਪਿਤਾ ਜਾਂ ਪਿਤਾ ਵਿੱਚੋਂ ਕੋਈ ਭਾਰਤ ਸ਼ਾਸਨ ਕਾਨੂੰਨ 1935 ਵਿੱਚ ਪਰਿਭਾਸ਼ਿਤ ਭਾਰਤ ਵਿੱਚ ਜਨਮਿਆ ਸੀ ਤੇ ਆੜਾ ਜਦ ਕਿ ਉਹ ਵਿਅਕਤੀ ਐਸਾ ਹੈ 19 ਜੁਲਾਈ 1949 ਤੋਂ ਪਹਿਲਾਂ ਭਾਰਤ ਵਿੱਚ ਰਹਿ ਰਿਹਾ ਸੀ। ਈਡੀ ਜਦ ਕਿ ਉਹ ਵਿਅਕਤੀ ਅਜਿਹਾ ਹੈ ਜਿਸ ਨੇ 19 ਜੁਲਾਈ 1948 ਨੂੰ ਜਾਂ ਉਹਨਾਂ ਤੋਂ ਬਾਅਦ ਨਾਗਰਿਕਤਾ ਪ੍ਰਾਪਤ ਲਈ ਅਰਜ਼ੀ ਦਿੱਤੀ ਹੈ। ਸੰਵਿਧਾਨ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਭਾਰਤ ਦਾ ਨਾਗਰਿਕ ਰਜਿਸਟਰ ਕਰ ਲਿਆ ਗਿਆ ਹੈ। ਪਰ ਜੇ ਕੋਈ ਵਿਅਕਤੀ ਆਪਣੀ ਮਰਜ਼ੀ ਦੀ ਤਰੀਕ ਤੋਂ ਠੀਕ ਪਹਿਲਾਂ ਘੱਟੋ ਘੱਟ 6 ਮਹੀਨੇ ਪਹਿਲਾਂ ਭਾਰਤ ਦੇ ਰਾਜ ਖੇਤਰ ਵਿੱਚ ਨਿਵਾਸੀ ਨਹੀਂ ਹੋਇਆ ਤਾਂ ਇਸ ਪ੍ਰਕਾਰ ਰਜਿਸਟਰ ਕੀਤਾ ਨਹੀਂ ਜਾਵੇਗਾ। ਨੰਬਰ 7 ਵਿੱਚ ਪਾਕਿਸਤਾਨ ਨੂੰ ਹਿਜਰਤ ਕਰਨ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਾਂ ਦੇ ਅਧਿਕਾਰ। ਆਰਟੀਕਲ 5 ਅਤੇ 6 ਵਿੱਚ ਇਸ ਗੱਲ ਦੇ ਹੁੰਦਿਆਂ ਵੀ ਕੋਈ ਵਿਅਕਤੀ ਜਿਸ ਨੇ 1 ਮਾਰਚ 1947 ਤੋਂ ਮਗਰੋਂ ਭਾਰਤ ਦੇ ਰਾਜ ਖੇਤਰ ਤੋਂ ਅਜਿਹੇ ਰਾਜ ਖੇਤਰ ਨੂੰ ਜੋ ਸਮੇਂ ਪਾਕਿਸਤਾਨ ਕੋਲ ਹੈ ਉੱਥੇ ਜਾ ਵਸਿਆ ਹੈ, ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ। ਆਰਟੀਕਲ 8 ਕਹਿੰਦਾ ਜੀ, ਭਾਰਤ ਤੋਂ ਬਾਹਰ ਰਹਿਣ ਵਾਲਿਆਂ ਦੀ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੀ ਨਾਗਰਿਕਤਾ ਦੇ ਅਧਿਕਾਰ। ਕੋਈ ਵਿਅਕਤੀ ਜੋ ਆਪ
ਜਾਂ ਉਸਦੇ ਮਾਤਾ ਪਿਤਾ ਜਾਂ ਉਹਨਾਂ ਦੇ ਮਾਤਾ ਪਿਤਾ 1935 ਵਿੱਚ ਪਰਿਭਾਸ਼ਿਤ ਭਾਰਤ ਵਿੱਚ ਕੋਈ ਵਿਅਕਤੀ ਜੋ ਆਪ ਜਾਂ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੇ ਮਾਤਾ ਪਿਤਾ ਵਿੱਚੋਂ 1935 ਵਿੱਚ ਭਵਿਸ਼ਯ ਭਾਰਤ ਵਿੱਚ ਜਨਮੇ ਹੋਣ ਅਤੇ ਇਸ ਪ੍ਰਕਾਰ ਪਰਿਭਾਸ਼ਿਤ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਮਾਮੂਲੀ ਤੌਰ ਤੇ ਨਿਵਾਸ ਕਰ ਰਿਹਾ ਹੈ, ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ। ਜੇ ਉਹ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦੇਵੇ ਅਤੇ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਜਾਵੇ ਤਾਂ ਉਹ ਭਾਰਤ ਦਾ ਨਾਗਰਿਕ ਹੋਵੇਗਾ। ਆਰਟੀਕਲ 9 ਕਹਿੰਦਾ ਜੀ, ਵਿਦੇਸ਼ੀ ਰਾਜਾਂ ਦੀ ਨਾਗਰਿਕਤਾ ਸਵੈ ਇੱਛਾ ਨਾਲ ਹਾਸਲ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਹੋਣਾ ਅਜਿਹੇ ਨਾਗਰਿਕ ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ। ਆਰਟੀਕਲ 10 ਕਹਿੰਦਾ ਜੀ, ਭਾਰਤ ਵਿੱਚ ਰਹਿਣ ਵਾਲੇ ਹਰ ਨਾਗਰਿਕ ਦਾ ਸ਼ਹਿਰੀ ਅਧਿਕਾਰ ਬਣਿਆ ਰਹੇਗਾ। ਆਰਟੀਕਲ 11 ਕਹਿੰਦਾ ਜੀ, ਸੰਸਦ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਕਾਨੂੰਨ ਦੁਆਰਾ ਪਾਲਣ ਕਰਵਾਇਆ ਜਾਵੇ। ਸੋ ਜੀ ਇਹ ਅੱਜ ਆਪਾਂ 2 ਭਾਗ ਦੇ ਸੰਪੰਨ ਕਰ ਲਏ, ਮੀਨਜ਼ ਕਿ 11 ਆਰਟੀਕਲ ਇਸ ਸੰਵਿਧਾਨ ਦੇ ਆਪਾਂ ਪੜ੍ਹ ਲਏ। ਤੇ ਇਸ ਸੰਵਿਧਾਨ ਬਾਰੇ ਕੁਝ ਗੱਲਾਂ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ। ਇਹ ਜਿਹੜਾ ਸੰਵਿਧਾਨ ਸਭਾ ਦਾ ਚੇਅਰਮੈਨ ਸੀ ਜਦੋਂ ਸੰਵਿਧਾਨ ਲਾਗੂ ਹੈ, ਡਾਕਟਰ ਰਾਜਿੰਦਰ ਪ੍ਰਸਾਦ। ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਡਾਕਟਰ BR ਅੰਬੇਡਕਰ ਜੀ। ਸੰਵਿਧਾਨ ਦਾ ਖਰੜਾ ਕਮੇਟੀ ਦੇ ਮੈਂਬਰ ਸਨ ਜੀ ਡਾਕਟਰ ਭੀਮ ਰਾਓ ਅੰਬੇਦਕਰ ਚੇਅਰਮੈਨ ਸੀਗੇ, N ਮਾਧਵ ਰਾਵ, ਸੈਯਦ ਸਾਦੁੱਲਾ, ਅਲਾਦੀ ਕ੍ਰਿਸ਼ਨ ਸਵਾਮੀ ਅਈਅਰ, SN ਮੁਖਰਜੀ, ਜੁਗਲ ਕਿਸ਼ੋਰ ਖੰਨਾ, ਕੇਵਲ ਕ੍ਰਿਸ਼ਨ ਆਫਿਸ ਅਧਿਕਾਰੀ। ਲਓ ਜੀ, ਇਹ ਉਹ ਵਿਅਕਤੀ ਸਨ ਜਿਨ੍ਹਾਂ ਨੇ ਉਸ ਟਾਈਮ ਇਹ ਖਰੜਾ ਤਿਆਰ ਕੀਤਾ ਸੀਗਾ ਤੇ ਇਸ ਕਮੇਟੀ ਦੇ ਮੈਂਬਰ ਸਨ। ਸੋ ਇਹ ਸੰਵਿਧਾਨ ਆਪਾਂ ਤੁਹਾਨੂੰ ਡੇਲੀ ਹਰ ਰੋਜ਼ ਮੀਨਜ਼ ਕਿ ਜਿੰਨਾ ਕੁ ਸਮਝ ਆ ਸਕੇ ਆਪਣੀ ਮੱਤ ਅਨੁਸਾਰ ਥੋੜ੍ਹਾ ਥੋੜ੍ਹਾ ਤੁਹਾਨੂੰ ਪੜ੍ਹ ਕੇ ਸੁਣਾਇਆ ਕਰਾਂਗੇ। ਸੋ ਅਗਰ ਜੇ ਤੁਹਾਨੂੰ ਮੇਰੇ ਚਾਹਣ ਵਾਲਿਆਂ ਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਇਹ ਸੰਵਿਧਾਨ ਆਪਣੇ ਬੱਚਿਆਂ ਨੂੰ ਜ਼ਰੂਰ ਆਪਣੇ ਘਰਾਂ ਵਿੱਚ ਲੈ ਕੇ ਦਿਓ। ਜਿੱਥੇ ਹੋਰ ਸਬਜੈਕਟ ਪੜ੍ਹਾ ਰਹੇ ਹੋ ਤਾਂ ਥੋੜ੍ਹਾ ਸਮਾਂ ਇਸ ਵੱਲ ਵੀ ਆਪਣੇ ਬੱਚਿਆਂ ਨੂੰ ਜਾਣਕਾਰੀ ਦਿਓ ਤਾਂ ਕਿ ਉਹਨਾਂ ਨੂੰ ਆਪਣੇ ਮੁੱਢਲੇ ਅਧਿਕਾਰ ਪਤਾ ਲੱਗ ਜਾਣ। ਇਹ ਅਧਿਕਾਰ ਇਕੱਲੇ ਬੱਚਿਆਂ ਲਈ ਨਹੀਂ, ਇਹ ਤੁਹਾਡੇ ਲਈ ਵੀ ਨੇ ਕਿ ਸੰਵਿਧਾਨ ਵਿੱਚ ਤੁਹਾਡੇ ਅਧਿਕਾਰਾਂ ਦਾ ਕੀ ਜ਼ਿਕਰ ਹੈ ਤੇ ਸੰਵਿਧਾਨ ਦੀ ਦੇਣ ਸਾਨੂੰ ਕੀ ਹੈ। ਜੇ ਅੱਜ ਅਸੀਂ ਲੋਕ ਕੁਰਸੀਆਂ ਤੇ ਬੈਠੇ ਹਾਂ, ਦਫ਼ਤਰਾਂ 'ਚ ਬੈਠੇ ਹਾਂ, ਉੱਚੇ ਅਹੁਦਿਆਂ ਤੇ ਬੈਠੇ ਹਾਂ ਤਾਂ ਇਸ ਸੰਵਿਧਾਨ ਦੀ ਬਦੌਲਤ ਬੈਠੇ ਹਾਂ। ਇਹ ਸੰਵਿਧਾਨ ਸਾਨੂੰ ਜਾਤਾਂ ਪਾਤਾਂ ਤੋਂ ਨਿਰਪੱਖ ਕਰਦਾ, ਧਰਮਾਂ ਤੋਂ ਨਿਰਪੱਖ ਕਰਦਾ। ਸਾਡਾ ਇੱਕੋ ਹੀ ਧਰਮ ਹੈ, ਸਿੱਖ ਧਰਮ। ਸੋ ਸਾਰੇ ਗੁਰੂਆਂ ਸਾਹਿਬਾਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸਾਡੇ ਵਿੱਚੋਂ ਜਾਤੀਵਾਦ ਧਰਮਵਾਦ ਕੱਢਿਆ ਜਾਵੇ, ਪਰ ਅਸੀਂ ਅੱਜ ਲੋਕ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਸੀ ਲੋਕ ਫਿਰ ਉਹੀ ਜੋ ਸਾਡੇ ਵਿੱਚੋਂ ਜਾਤਾਂ ਪਾਤਾਂ ਧਰਮ ਵਿਵਾਦ ਕੱਢੇ ਸੀ ਅਸੀਂ ਉਹਨਾਂ ਧਰਮ ਵਿਵਾਦਾਂ ਵਿੱਚ ਡੂੰਘਾਈ ਵਿੱਚ ਜਾ ਰਹੇ ਹਾਂ। ਸੋ ਇੰਨੀ ਜਾਣਕਾਰੀ ਤਾਂ ਨਹੀਂ, ਅਗਰ ਫਿਰ ਵੀ ਮੇਰੇ ਵੱਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਦਾ ਹੱਕਦਾਰ ਹਾਂ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸੰਵਿਧਾਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਜਿੰਨੇ ਕੁ ਜੋਗੇ ਹੈਗੇ ਕਰਾਂਗੇ ਜੀ। ਸੋ ਮੇਰੇ ਕੋਲ ਜਿਸ ਤਰ੍ਹਾਂ ਦਾ ਵੀ ਸਾਧਨ ਆ, ਕਿਉਂਕਿ ਮੇਰੇ ਕੋਲ ਬਰਾਡਬੈਂਡ ਨੈਟ ਤਾਂ ਹੈ ਨਹੀਂ, ਮੈਂ ਡੇਲੀ ਵੀਡੀਓ ਬਣਾਉਣਾ ਫਿਰ ਉਹਨੂੰ YouTube ਤੇ ਅਪਡੇਟ ਕਰ ਦਿੰਦਾ। ਸੋ ਮੇਰਾ ਚੈਨਲ ਆ ਜੀ, ਉਹ ਚੈਨਲ ਮੈਂ ਤੁਹਾਨੂੰ ਕੱਲ੍ਹ ਨੂੰ ਸਬਸਕ੍ਰਾਈਬ ਵਿੱਚ ਪਾ ਦੂੰਗਾ ਵੀ ਉਹਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ। ਅਤੇ ਉਹ ਚੈਨਲ ਦੇ ਜੇ ਤੁਸੀਂ ਹੋ ਸਕੇ ਕੋਸ਼ਿਸ਼ ਕਰੋ, ਬੱਚਿਆਂ ਨੂੰ ਪੜ੍ਹ ਕੇ ਨਹੀਂ ਸੁਣਾ ਸਕਦੇ ਤਾਂ ਵੀਡੀਓ ਲਾ ਕੇ ਬੱਚਿਆਂ ਨੂੰ ਸੁਣਾ ਸਕਦੇ ਹੋ। ਸੋ ਬਹੁਤੀਆਂ ਗੱਲਾਂ ਨਹੀਂ ਕਰਦੇ, ਇਹ ਸੰਵਿਧਾਨ ਦਾ ਜੋ ਤੱਥ ਸੀ ਬਾਕੀ ਜਿਹੜਾ ਭਾਗ ਆ ਉਹ ਕੱਲ੍ਹ ਨੂੰ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਫਤਿਹ ਕਬੂਲ ਕਰਿਓ।